ਸਤਿ ਸ਼੍ਰੀ ਅਕਾਲ। ਲੋਕਰਨ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕਿਸਾਨਾਂ ਦੀ ਵੱਡੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਮੋਦੀ ਸਾਹਿਬ ਤੇ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਗੁੱਸੇ ਦੀ ਲਹਿਰ ਹੈ। ਇਸ ਤੋਂ ਇਲਾਵਾ ਭਾਵੇਂ ਕਿ ਟ੍ਰੇਨਾਂ ਪੰਜਾਬ ਦੇ ਵਿੱਚ ਆਉਣ ਦੇ ਲਈ ਕਿਸਾਨਾਂ ਨੇ ਰਾਹ ਖੋਲ੍ਹ ਦਿੱਤਾ ਹੈ, ਪਰ ਇਸ ਤੋਂ ਬਾਅਦ ਵੀ ਜਿਹੜਾ ਮਾਲ ਗੱਡੀਆਂ ਨੂੰ ਰੋਕਿਆ ਜਾ ਰਿਹਾ। ਇੱਕ ਕਵਾਇਦ ਤੁਸੀਂ ਦੇਖਣ ਨੂੰ ਮਿਲੀ ਕਿ ਕਿਸ ਤਰੀਕੇ ਦੇ ਨਾਲ ਅਡਾਨੀ ਦੇ ਫਾਰਮ ਦੇ ਵਿੱਚ ਕਹਿੰਦੇ ਇੱਕ ਰੇਲ ਗੱਡੀ ਆਈ, ਉਸ ਨੂੰ ਰੋਕ ਦਿੱਤਾ ਗਿਆ। ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਦੂਜੀ ਵੱਡੀ ਗੱਲ ਇਹ ਆ ਕਿ ਬਾਕੀ ਸੂਬਿਆਂ ਦੇ ਵਿੱਚ ਜਿਹੜਾ ਪੰਜਾਬ ਨੇ ਵਿਧਾਨ ਸਭਾ ਦੇ ਵਿੱਚ ਮਤਾ ਜਿਹੜਾ ਪਾਸ ਕੀਤਾ ਖੇਤੀ ਕਾਨੂੰਨਾਂ ਦੇ ਖਿਲਾਫ, ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ। ਇਹਦੇ ਵਿੱਚ ਵੀ ਕਿਸਾਨਾਂ ਦੀ ਵੱਡੀ ਜਿੱਤ ਹੈ, ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਹੜੇ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਫੈਸਲਾ ਲਿਆ ਗਿਆ। ਦੂਜੀ ਗੱਲ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਨੂੰ ED ਵੱਲੋਂ ਨੋਟਿਸ ਜਾਰੀ ਕੀਤਾ ਗਿਆ ਤੇ ਸੁਮੇਧ ਸਿੰਘ ਸੈਣੀ ਦੀ ਗੱਲ ਕਰ ਲਈ, ਉਹ ਵੀ ਵੱਡੀ ਖਬਰ ਹੈ ਕਿ ਸੈਣੀ ਨੂੰ ਫਿਰ ਤੋਂ ਸਮਨ ਜਾਰੀ ਕਰਕੇ ਪੇਸ਼ ਹੋਣ ਦੇ ਲਈ ਕਿਹਾ ਗਿਆ। ਸਾਰੀਆਂ ਖਬਰਾਂ ਕੀ ਨੇ, ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਦੀ ਵੱਡੀ ਜਿੱਤ ਸਾਹਮਣੇ ਆ ਰਹੀ ਹੈ ਤੇ ਦੂਜੇ ਪਾਸੇ ਮੋਦੀ ਸਾਹਿਬ ਜਿਹੜਾ ਉਹ ਇੱਕ ਤਾਨਾਸ਼ਾਹੀ ਫੈਸਲੇ ਜਿਹੜੇ ਉਹ ਲੈਂਦੇ ਨਜ਼ਰ ਆ ਰਹੇ ਨੇ? ਹਾਂ ਬਿਲਕੁਲ ਸੁਖਵਿੰਦਰ ਜੀ, ਜਿੱਦਾਂ ਤੁਸੀਂ ਦੇਖਿਆ ਹੀ ਕਿ ਸਮੇਂ 'ਤੇ ਜਿਹੜੀਆਂ ਸਰਕਾਰਾਂ ਨੇ, ਸੂਬਾ ਸਰਕਾਰਾਂ ਨੇ, ਉਹਨਾਂ ਨੇ ਕਹਿ ਲਓ ਇੱਕ ਤਰ੍ਹਾਂ ਦਾ ਕਹਿ ਦਿਓ ਕਿ ਆਪਣੀ ਪਾਵਰ ਜਿਹੜੀ ਹੈਗੀ ਆ ਉਹ ਦਿਖਾਉਣੀ ਸ਼ੁਰੂ ਕੀਤੀ ਆ। ਭਾਵੇਂ ਕਿ ਪੰਜਾਬ ਨੇ ਪਹਿਲ ਕੀਤੀ ਸੀ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਬਹੁਤ ਵੱਡਾ ਜਿਹੜਾ ਕਾਨੂੰਨ, ਜਿਹੜੇ ਆਰਡੀਨੈਂਸ ਕਾਨੂੰਨ ਬਣੇ ਨੇ ਉਹਨਾਂ ਨੂੰ ਰੱਦ ਕਰਾਉਣ ਦੇ ਵਿੱਚ ਪੰਜਾਬ ਨੇ ਬਹੁਤ ਵੱਡਾ ਕਹਿ ਲਓ ਕਿ ਇੱਕ ਅਹਿਮ ਯੋਗਦਾਨ ਪਾਇਆ। ਲੇਕਿਨ ਕਿਸਾਨਾਂ ਦਾ ਜਿਹੜਾ ਸੰਘਰਸ਼ ਸੀ ਜਾਂ ਸੰਘਰਸ਼ ਚੱਲਿਆ ਸੀ ਜਾਂ ਚੱਲ ਰਿਹਾ ਹੈ, ਉਹਨਾਂ ਦੀ ਏਕਤਾ ਨੇ ਹੌਲੀ ਹੌਲੀ ਰੰਗ ਦਿਖਾਉਣਾ ਸ਼ੁਰੂ ਕੀਤਾ। ਹੁਣ ਇਹ ਰੰਗ ਜਿਹੜਾ ਹੈਗਾ ਪੂਰੇ ਦੇਸ਼ ਵਿੱਚ ਫੈਲ ਰਿਹਾ। ਸਰਕਾਰਾਂ ਜੇ ਸਰਕਾਰਾਂ ਆਪਣੇ ਤੌਰ 'ਤੇ ਹੀ ਕੋਈ ਇੱਦਾਂ ਦਾ ਆਪਣੀ ਪਾਵਰ ਪਹਿਲਾਂ ਹੀ ਦਿਖਾ ਲੈਂਦੀਆਂ ਇਸ ਅੰਦੋਲਨ ਤੋਂ ਜਾਂ ਇਸ ਸੰਘਰਸ਼ ਤੋਂ, ਚਾਹੇ ਸੂਬਾ ਸਰਕਾਰਾਂ ਸੀਗੀਆਂ ਜਾਂ ਕੇਂਦਰ ਨਰਮ ਹੋ ਜਾਂਦੀ, ਤਾਂ ਉਹ ਵੱਡੀ ਗੱਲ ਸੀਗੀ। ਲੇਕਿਨ ਹੁਣ ਸਿਰਫ ਤੇ ਸਿਰਫ ਆਪਾਂ ਇਹੀ ਕਹਿ ਸਕਦੇ ਹਾਂ ਕਿ ਆਫਟਰ ਆਲ ਲੋਕਾਂ ਦੀ ਜਿੱਤ ਹੋਈ ਆ, ਜਿੱਤ ਹੋਣੀ ਸ਼ੁਰੂ ਹੋਈ ਆ। ਕਹਿ ਲਓ ਕਦਮ ਉੱਧਰਲੇ ਪਾਸੇ ਵਧਣੇ ਸ਼ੁਰੂ ਹੋਏ ਨੇ, ਸਫਲਤਾ ਵਾਲੇ ਪਾਸੇ। ਲੇਕਿਨ ਆਉਣ ਵਾਲਾ ਸਮਾਂ ਕਿੱਦਾਂ ਦਾ, ਜਿੱਦਾਂ ਹੁਣ ਮੋਦੀ ਪ੍ਰਧਾਨ ਮੰਤਰੀ ਨੇ ਸਾਡੇ ਜਿਹੜੇ ਉਹ ਜਿੱਦਾਂ ਦਾ ਰੁਖ ਅਖਤਿਆਰ ਕਰ ਰਹੇ ਨੇ। ਹਾਲਾਂਕਿ ਪਹਿਲਾ ਰਵੱਈਆ ਉਹਨਾਂ ਦਾ ਨਰਮ ਜ਼ਰੂਰ ਦਿਸਿਆ ਸੀ। ਖੇਤੀਬਾੜੀ ਮੰਤਰੀ ਨੇ ਵੀ ਕਿਹਾ ਸੀ ਕਿ ਦੁਬਾਰਾ ਅਸੀਂ ਮੀਟਿੰਗ ਕਰਾਂਗੇ ਕਿਸਾਨਾਂ ਨਾਲ। ਲੇਕਿਨ ਹੁਣ ਜਿੱਦਾਂ ਬਿਹਾਰ ਦੇ ਵਿੱਚ ਜਾਂ ਚੋਣਾਂ ਆ ਰਹੀਆਂ ਨੇ, ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਪ੍ਰਧਾਨ ਮੰਤਰੀ ਉੱਥੇ ਸੰਬੋਧਨ ਕਰਦੇ ਨੇ ਰੈਲੀਆਂ ਨੂੰ, ਤਾਂ ਉਹਨਾਂ ਦੇ ਵਿੱਚ ਬੜੇ ਸਖਤ ਲਹਿਜੇ ਵਿੱਚ ਕਿਹਾ ਜਾ ਰਿਹਾ ਕਿ ਨਾ ਤਾਂ 370 ਹਟੇਗੀ, ਨਾ ਹੀ ਕੋਈ ਹੋਰ ਅੰਦੋਲਨ, ਜਿੱਦਾਂ ਉਹਨਾਂ ਦਾ ਇਸ਼ਾਰਾ ਕਿਸਾਨਾਂ ਵੱਲ ਸਿੱਧਾ ਹੈਗੇ, ਨਾ ਹੀ ਉਹਨਾਂ ਦਾ ਜਿਹੜਾ ਅੰਦੋਲਨ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਮੱਠਾ ਪਾ ਸਕੇਗਾ। ਅਤੇ ਉਹ ਚੀਜ਼ ਲਗਾਤਾਰ ਉਹ ਬਿਆਨਬਾਜ਼ੀ ਕਰ ਰਹੇ ਨੇ, ਆਪਣੀ ਜਿੱਦ 'ਤੇ ਅੜੇ ਹੋਏ ਨੇ। ਹੁਣ ਇਹ ਜਿੱਦ ਜਿਹੜੀ ਹੈਗੀ ਆ ਉਹ ਕਿੰਨਾ ਚਿਰ ਟਿਕਦੀ ਆ, ਕਿੰਨਾ ਚਿਰ ਲੋਕ ਅੰਦੋਲਨ ਹੈ ਜਿਹੜਾ ਆਹ ਆਪਣੇ ਕਿਸਾਨਾਂ ਦਾ ਅੰਦੋਲਨ ਹੈ, ਇਹ ਕਿੰਨਾ ਚਿਰ ਚੱਲਦਾ ਹੈ। ਆਪਣੀ ਗੱਲ ਮਨਵਾ ਕੇ ਹਟਦੇ ਨੇ ਸੂਬੇ ਕਿੰਨੇ ਜਿਹੜੇ ਪੰਜਾਬ ਦਾ ਸਾਥ ਦੇਣਗੇ, ਪੰਜਾਬ ਦੇ ਲੋਕਾਂ ਦਾ ਸਾਥ ਦੇਣਗੇ, ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣਗੇ। ਉਹ ਇੱਕ ਜੇ ਵੇਵ ਬਣਦੀ ਆ ਤਾਂ ਕਿਤੇ ਨਾ ਕਿਤੇ ਜਾ ਕੇ ਮੋਦੀ ਨੂੰ ਨਰਮ ਹੋਣਾ ਪਏਗਾ। ਗੱਲ ਤਾਂ ਇਹ ਹੈ ਕਿ ਲਗਾਤਾਰ ਲੰਮਾ ਚੱਲਣ ਵਾਲਾ ਸੰਘਰਸ਼ ਹੈਗਾ, ਔਰ ਕਿਸਾਨ ਜਿਹੜੇ ਹੈਗੇ ਨੇ, ਪੰਜਾਬ ਦੇ ਕਿਸਾਨਾਂ ਦੇ ਸਿਰ ਸਿਹਰਾ ਜਾਂਦਾ ਹੈ ਕਿ ਜੇ ਉਹ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰ ਸਕਦੇ ਆ ਇੱਦਾਂ ਦਾ ਫੈਸਲਾ ਲੈਣ ਲਈ, ਆਪਣੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਾਉਣ ਦੇ ਲਈ, ਚਾਹੇ ਉਹ ਆਪਾਂ ਕਹਿ ਸਕਦੇ ਹਾਂ ਬਹੁਤੇ ਕਾਰਗਰ ਨਹੀਂ ਦਿਖਦੇ ਫਿਲਹਾਲ ਦੀ ਘੜੀ 'ਚ, ਲੇਕਿਨ ਕਿਤੇ ਨਾ ਕਿਤੇ ਇਹ ਕਹਿ ਸਕਦੇ ਹਾਂ ਕਿ ਜੇ ਇੱਥੇ ਸੂਬਾ ਸਰਕਾਰ ਨੂੰ ਉਹ ਮਜਬੂਰ ਕਰ ਸਕਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਨੂੰ ਵੀ ਮਜਬੂਰ ਕਰਨ ਦੇ ਯੋਗ ਨੇ, ਸਮਰੱਥ ਨੇ। ਪਰ ਜਿਸ ਤਰੀਕੇ ਦੇ ਨਾਲ ਮੋਦੀ ਸਾਹਿਬ ਦੀ ਬਿਆਨਬਾਜ਼ੀ ਨੱਡਾ ਸਾਹਿਬ ਦੇ ਸਾਹਮਣੇ ਆ ਰਹੀ, ਉਹਨੂੰ ਲੈ ਕੇ ਲੱਗਦਾ ਨਹੀਂ ਕਿ ਤਾਨਾਸ਼ਾਹੀ ਰਵੱਈਆ ਜਿਸ ਤਰੀਕੇ ਨਾਲ ਅਪਣਾਇਆ ਗਿਆ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਤਲਖੀ ਹੋਰ ਵੀ ਵੱਧ ਸਕਦੀ ਹੈ? ਦੂਜੀ ਗੱਲ ਇਹ ਕਿ ਜਿਹੜਾ ਦੂਜੇ ਸੂਬਿਆਂ ਦੇ ਵਿੱਚ ਉਹ ਵੀ ਦੱਸੋ ਕਿ ਖਬਰਾਂ ਨਸ਼ਰ ਹੋ ਰਹੀਆਂ, ਆਪਾਂ ਪੰਜਾਬੀ ਜਾਗਰਣ 'ਚ ਜਿਸ ਤਰੀਕੇ ਨਾਲ ਪੜ੍ਹਿਆ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਖੇਤੀ ਬਿੱਲਾਂ ਨੂੰ ਲੈ ਕੇ ਸੋਧਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਹਾਂ ਬਿਲਕੁਲ ਸੁਖਵਿੰਦਰ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਤਾਨਾਸ਼ਾਹੀ ਦੀ ਗੱਲ ਕੀਤੀ ਹੈ ਤਾਂ ਕਿਸਾਨਾਂ ਦਾ ਤਾਂ ਪਹਿਲੇ ਦਿਨ ਤੋਂ ਇਹੀ ਕਹਿਣਾ ਸੀਗਾ। ਐਂ ਵੀ ਕਹਿ ਸਕਦੇ ਹਾਂ ਆਪਾਂ ਕਿ ਰਾਜਨੀਤਿਕ ਪਾਰਟੀਆਂ ਵੀ ਅਕਸਰ ਚਲੋ ਵਿਰੋਧੀ ਨੇ, ਇਸ ਕਰਕੇ ਉਹਨਾਂ ਦਾ ਬਿਆਨ ਤਾਂ ਆਪਾਂ ਇੱਕ ਪਾਸੇ ਕਰਦੇ ਹਾਂ। ਕਿਸਾਨਾਂ ਦਾ ਕਹਿਣਾ ਤਾਂ ਇਹੀ ਸੀ ਕਿ ਜਿਹੜਾ ਇਹ ਕਾਨੂੰਨ ਥੋਪਿਆ ਗਿਆ ਹੈ ਇਹ ਟੋਟਲੀ ਤਾਨਾਸ਼ਾਹੀ ਆ, ਇਹਨੂੰ ਧੱਕੇ ਨਾਲ ਥੋਪਿਆ ਜਾ ਰਿਹਾ ਹੈ। ਔਰ ਸਿੱਧੀ ਗੱਲ ਤਾਂ ਇਹ ਹੈ ਕਿ ਕਾਰਪੋਰੇਟ ਅਦਾਰੇ ਨੇ ਜਿਹੜੇ, ਉਹਨਾਂ ਨੂੰ ਸਿੱਧੇ ਤੌਰ 'ਤੇ ਫਾਇਦਾ ਦੇਣ ਲਈ, ਇਹ ਕਿਸਾਨਾਂ ਦਾ ਕਜੂੰਬਰ ਕੱਢਣ ਨੂੰ, ਕਿਸਾਨੀ ਨੂੰ ਖਤਮ ਕਰਨ ਲਈ, ਇਹ ਛੋਟੇ ਕਾਰੋਬਾਰੀਆਂ ਨੂੰ, ਉਹ ਸਾਰਿਆਂ ਨੂੰ ਖਤਮ ਕਰਨ ਦੇ ਲਈ ਇਹ ਧੱਕੇ ਨਾਲ ਥੋਪਿਆ ਗਿਆ। ਤਾਂ ਇਹਦੇ ਵਿੱਚ ਤਾਂ ਕੋਈ ਦੋ ਰਾਮਾ ਹੈ ਹੀ ਨਹੀਂ ਕਿ ਇਹ ਧੱਕੇਸ਼ਾਹੀ ਨਹੀਂ ਹੋਈ ਜਾਂ ਤਾਨਾਸ਼ਾਹੀ ਰਵੱਈਆ ਨਹੀਂ ਹੈਗਾ, ਇਹ ਹੈ ਔਰ ਬਕਾਇਦਾ ਤੌਰ 'ਤੇ ਨੁਕਸਾਨਦੇਹ ਹੈਗਾ। ਦੂਜੀ ਗੱਲ ਆ ਜਿਹੜੀ ਤੁਸੀਂ ਕੀਤੀ ਹੈ ਕਿ ਪੰਜਾਬ ਨੂੰ ਦੇਖ ਕੇ
ਦੂਜੇ ਸੂਬੇ ਵੀ ਜਿਹੜੇ ਆਪਣਾ ਹੁਣ ਸਿਰ ਚੱਕਣ ਲੱਗੇ ਆ। ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਛੱਤੀਸਗੜ੍ਹ ਦੇ ਵਿੱਚ ਖੇਤੀ ਮੰਤਰੀ ਹੈ ਰਵਿੰਦਰ ਚੌਬੇ, ਉਹਨਾਂ ਨੇ ਕਹਿਤਾ ਕਿ ਅਸੀਂ ਵੀ ਇੱਦਾਂ ਦਾ ਬਿੱਲ ਹੁਣ ਲੈ ਕੇ ਆ ਰਹੇ ਹਾਂ, ਵਿਧਾਨ ਸਭਾ ਦੇ ਵਿੱਚ ਪਾਸ ਕਰਾਂਗੇ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਤੋਂ ਫਸਲ ਖਰੀਦੇਗਾ ਉਹਨੂੰ ਸਜ਼ਾ ਦਾ ਜਿਹੜਾ ਹੈਗਾ ਉਹ ਦੇਵਾਂਗੇ, ਸਜ਼ਾ ਦਾ ਪ੍ਰਾਵਧਾਨ ਹੋਊਗਾ, ਉਹਦੇ 'ਚ ਮੱਦ ਰੱਖਾਂਗੇ ਸਜ਼ਾ ਦੀ। ਅਤੇ ਉਹਨਾਂ ਨੇ ਇਹ ਗੱਲ ਕੀਤੀ ਹੈ, ਰਵਿੰਦਰ ਚੌਬੇ ਨੇ ਕਿਹਾ ਕਿ ਅਸੀਂ 2500 ਰੁਪਇਆ ਕੁਇੰਟਲ ਜਿਹੜਾ ਹੈਗਾ ਝੋਨੇ ਦੀ ਖਰੀਦ ਕਰਾਂਗੇ, ਸਾਰੀ ਦੀ ਸਾਰੀ ਫਸਲ ਜਿਹੜੀ ਚੱਕਾਂਗੇ ਅਸੀਂ। ਸੂਬਾ ਸਰਕਾਰ ਕਰੂ, ਸੂਬਾ ਸਰਕਾਰ ਤੇ ਛੱਤੀਸਗੜ੍ਹ ਦੀ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਹੈ ਸਾਡਾ, ਉਹ ਕਹਿੰਦੇ ਵੀ ਨਰਿੰਦਰ ਮੋਦੀ, ਉਹ ਕਹਿ ਰਿਹਾ ਵੀ 1860 ਨੂੰ। ਤੋ ਇਸ ਕਰਕੇ ਜਿਹੜਾ ਕਿਸਾਨਾਂ ਦਾ ਇਹ ਬਹੁਤ ਵੱਡਾ ਨੁਕਸਾਨ ਹੈ, ਅਸੀਂ ਨਹੀਂ ਝੱਲ ਸਕਦੇ, ਅਸੀਂ ਕਰਨ ਨਹੀਂ ਦਿੰਦੇ ਇਹ ਨੁਕਸਾਨ। ਔਰ ਜਲਦੀ ਉਹ ਕਹਿ ਰਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰਾਂਗੇ, ਬਿੱਲ ਪਾਸ ਕਰਾਂਗੇ ਕਿ ਜਿਹੜਾ ਹੈਗਾ ਘੱਟੋ ਘੱਟ ਸਮਰਥਨ ਮੁੱਲ ਤੇ ਜਿਹੜੀ ਹੈਗੀ ਸਾਰੀ ਫਸਲ ਚੱਕੀ ਜਾਊਗੀ। ਸੋ ਇਹ ਦੇਖ ਕੇ ਆਪਾਂ ਨੂੰ ਲੱਗਦਾ ਕਿ ਹੌਲੀ ਹੌਲੀ ਸੂਬੇ ਜਿਹੜੇ ਹੈਗੇ ਆ ਉਸ ਲਈ ਤੇ ਆ ਰਹੇ ਹੈ, ਔਰ ਚਾਹੀਦਾ ਵੀ ਇਹ ਹੈ। ਬਿਲਕੁਲ, ਜੇ ਤੁਸੀਂ ਸੱਚੀ ਮੁੱਚੀ ਕਿਸਾਨਾਂ ਦੀ, ਲੋਕਾਂ ਦੇ ਹਿੱਤਾਂ ਦੀ ਤੁਹਾਨੂੰ ਬਿਠਾਤਾ ਉਹਨਾਂ ਨੇ ਸਿੰਘਾਸਣ ਦੇ ਉੱਤੇ ਰਾਜ ਕਰਨ ਦੀ, ਤਾਂ ਲੋਕਾਂ ਦਾ ਭਲਾ ਕਰਨ ਦੇ ਲਈ ਸਮਰਥਨ ਦਿਓ, ਪੰਜਾਬ ਦੇ ਨਾਲ ਜੁੜੋ, ਪੰਜਾਬ ਦੀਆਂ ਗੱਲਾਂ ਕਰੋ ਤੇ ਪੰਜਾਬ ਦੇ ਕਿਸਾਨਾਂ ਦਾ ਸਾਥ ਦਿਓ। ਇਹਦੇ ਨਾਲ ਕਿਤੇ ਨਾ ਕਿਤੇ ਬਾਕੀ ਸਰਕਾਰਾਂ ਤੇ ਜਿਵੇਂ ਦਬਾਅ ਬਣਦਾ ਜਾ ਰਿਹਾ, ਕੇਜਰੀਵਾਲ ਸਾਹਿਬ ਤੋਂ ਵੀ ਬਣਦਾ ਜਾ ਰਿਹਾ, ਜਿਵੇਂ ਕਿਹਾ ਜਾ ਰਿਹਾ ਕਿ ਕੈਪਟਨ ਸਾਹਿਬ ਦੇ ਜਿਹੜੇ ਪੰਜਾਬ 'ਚ ਖੇਤੀ ਬਿੱਲ ਲਿਆਂਦੇ ਨੇ ਉਹਦੀ ਨੁਕਤਾਚੀਨੀ ਜਿਹੜੀ ਹੋ ਰਹੀ ਆ, ਤਾਂ ਉਹਦੇ ਵਿਚਾਲੇ ਸਾਰੇ ਇਹੀ ਕਹਿੰਦੇ ਨੇ ਕਿ ਕੇਜਰੀਵਾਲ ਸਾਹਿਬ ਤੁਸੀਂ ਆਪਣਾ ਬਿੱਲ ਲੈ ਕੇ ਆਓ, ਤੁਸੀਂ ਦਿਖਾਓ ਕਿ ਤੁਸੀਂ ਕਿਸਾਨਾਂ ਲਈ ਉਸ ਤੋਂ ਵੱਧ ਕੇ ਕੀ ਕਰ ਸਕਦੇ ਹੋ। ਤੁਹਾਨੂੰ ਕੀ ਲੱਗਦਾ ਕਿ ਇਹ 'ਚ ਤਬਦੀਲੀ ਕੀ ਹੋ ਸਕਦੀ ਹੈ? ਨਹੀਂ ਦੇਖੋ, ਆਪਾਂ ਇੱਕ ਗੱਲ ਕਰਦੇ ਹਾਂ, ਜੇ ਛੱਤੀਸਗੜ੍ਹ ਅੱਗੇ ਆ ਸਕਦਾ ਤਾਂ ਦੂਜੇ ਸੂਬੇ ਕਿਉਂ ਨਹੀਂ, ਚਾਹੇ ਦਿੱਲੀ ਆ, ਕਿਉਂ ਨਹੀਂ ਆ ਸਕਦੇ? ਹਾਲਾਂਕਿ ਜਦੋਂ ਤੁਸੀਂ ਕੇਜਰੀਵਾਲ ਦੀ ਗੱਲ ਕਰਦੇ ਆ ਤਾਂ ਕੇਜਰੀਵਾਲ ਇੱਕੋ ਇੱਕ ਇੱਦਾਂ ਦੀ ਪਾਰਟੀ ਹੈ ਜਿਹੜੀ ਇੱਕਦਮ ਉੱਠੀ, ਆਮ ਆਦਮੀ ਪਾਰਟੀ ਉੱਠੀ ਤੇ ਦਿੱਲੀ ਦੇ ਨਾਲ ਸਿਰਫ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਸਮਰਥਨ ਦਿੱਤਾ, ਕਬੂਲ ਕੀਤਾ, ਐਂ ਕਹਿ ਲਓ। ਤੇ ਪੰਜਾਬ ਦੇ ਲੋਕਾਂ ਦੇ ਲਈ ਤੁਸੀਂ ਸੋਚ ਕੇ ਬਿਆਨ ਦਿਓ, ਮੇਰੇ ਖਿਆਲ ਇਹ ਉਹਨਾਂ ਨਾਲ ਨਿਆਂ ਨਹੀਂ ਹੋ ਸਕਦਾ। ਪੰਜਾਬ ਦੇ ਲੋਕਾਂ ਨਾਲ ਪਹਿਲੇ ਦਿਨ ਹੀ ਤੁਹਾਡਾ ਬਿਆਨ ਆ ਜਾਣਾ ਸੀ, ਚਾਹੀਦਾ ਸੀ ਕਿ ਪੰਜਾਬ ਦੇ ਲੋਕ ਐਂ ਚਾਹੁੰਦੇ ਨੇ, ਜੇ ਮੈਂ ਦਿੱਲੀ ਤੇ ਵੀ ਜੇ ਇਹ ਵੀ ਕਰਾਂਗਾ, ਜੇ ਹੁਣ ਸਰਕਾਰ ਇੱਥੇ ਕੁਛ ਕਰ ਸਕਦੀ ਸੀ ਤਾਂ ਦੂਜਾ ਨੰਬਰ ਦਿੱਲੀ ਦਾ ਹੋਣਾ ਚਾਹੀਦਾ ਸੀਗਾ। ਤੇ ਆਪਣਾ ਉਹ ਆਪ ਅੱਗੇ ਆਉਂਦੇ, ਇੱਥੇ ਕਮਾਂਡ ਕਰਦੇ, ਕਿਸਾਨਾਂ ਦੇ ਅੰਦੋਲਨ ਦੀ ਕਮਾਂਡ ਕਰਦੇ, ਉਹਨਾਂ ਦੇ ਨਾਲ ਚੱਲਦੇ, ਆਪ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਆ, ਅਸੀਂ ਦਿੱਲੀ 'ਚ ਕਰ ਆਏ, ਇੱਥੇ ਵੀ ਕਰਾਂਗੇ। ਪੰਜਾਬ ਦੇ ਨਾਲ ਸਰਕਾਰ ਦਾ ਵੀ ਸਾਥ ਦਿੰਦੇ ਇੱਥੇ, ਚਾਹੇ ਉਸ ਕਿਸਾਨਾਂ ਦੇ ਲਈ ਉਹਨਾਂ ਨੇ, ਆਪਾਂ ਮੰਨਦੇ ਹਾਂ ਕਿ 1% ਅੱਧਾ % ਜੋ ਵੀ ਕੀਤਾ ਉਹਨਾਂ ਨੇ, ਚਾਹੇ ਨਾਂ ਨੂੰ ਹੀ ਕੀਤਾ, ਚਾਹੇ ਵੋਟਾਂ ਦੇ ਲਾਲਚ ਨੂੰ ਕੀਤਾ, ਚਾਹੇ ਮਜਬੂਰ ਹੋ ਕੇ ਕੀਤਾ, ਕਰਾਇਆ, ਕਹਿ ਲਓ ਜੋ ਵੀ ਹੈ, ਤਾਂ ਇੱਥੇ ਆ ਕੇ ਸਰਕਾਰ ਦਾ ਸਾਥ ਦਿੰਦੇ। ਇੱਥੇ ਤਾਂ ਹੁਣ ਬਾਅਦ ਦੇ ਪਹਿਲਾਂ ਸਮਰਥਨ ਕਰਕੇ ਹੁਣ ਕਮੀਆਂ ਕੱਢਣ ਲੱਗੇ ਹੋਏ ਆ। ਪਹਿਲਾਂ ਹੀ ਦੱਸ ਦਿੰਦੇ ਵੀ ਆਹ ਚੀਜ਼ਾਂ ਚਾਹੀਦੀਆਂ ਨੇ, ਜੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਨਾ ਕੋਈ, ਤਾਂ ਸਾਨੂੰ ਆਹ ਮੱਦਾਂ ਚਾਹੀਦੀਆਂ ਨੇ, ਉਹਦੇ ਵਿੱਚ ਇਹ ਅਮੈਂਡਮੈਂਟ ਕਰਕੇ ਫਿਰ ਬਿੱਲ ਪਾਸ ਹੋਣ ਦਿੰਦੇ। ਪਹਿਲਾਂ ਤਾਂ ਨਾ ਪੜ੍ਹਿਆ, ਨਾ ਦੇਖਿਆ, ਨਾ ਘੋਖਿਆ ਕਿਸੇ ਨੇ, ਹੁਣ ਆ ਕੇ ਉਹ ਕਰਨ ਲੱਗੇ, ਗਲਤੀਆਂ ਕੱਢਣ ਲੱਗੇ। ਪਹਿਲਾਂ ਹੀ ਪਲੈਨਿੰਗ ਹੋਣੀ ਚਾਹੀਦੀ ਸੀ ਕਿ ਸਾਡੀ ਕਿਸਾਨਾਂ ਦੇ ਲਈ ਸਾਡੀ ਪਾਰਟੀ ਪਲੈਨਿੰਗ ਕਰ ਰਹੀ ਹੈ, ਇਹਦੇ ਨਾਲ ਹੀ ਕਿਸਾਨਾਂ ਦਾ ਭਲਾ ਹੁੰਦਾ, ਉਹ ਸਰਕਾਰ ਨੂੰ ਦੱਸੀਆਂ ਜਾਂਦੀਆਂ। ਜੇ ਉਹ ਨਾ ਮੰਨਦੇ ਫਿਰ ਵਿਰੋਧ ਜਾਇਜ਼ ਸੀ ਸਾਰਿਆਂ ਦਾ। ਇਸ ਸਭ ਦੇ ਵਿਚਾਲੇ ਇੱਕ ਹੋਰ ਖਬਰ, ਜਿਵੇਂ ਮੈਂ ਸ਼ੁਰੂ ਦੇ ਵਿੱਚ ਦੱਸਿਆ ਕਿ ਦੋਗਲੀ ਸਿਆਸਤ ਜਿਹੜੀ ਹੈ, ਅਕਾਲੀ ਦਲ ਤੇ ਵੀ ਇਲਜ਼ਾਮ ਲੱਗ ਰਹੇ ਨੇ, ਕੈਪਟਨ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ ਕਿ ਅਕਾਲੀ ਦਲ ਜਿਹੜਾ ਆ ਉਹ ਦੋਗਲੀ ਸਿਆਸਤ ਦੇ ਉੱਤੇ ਖੇਡ ਰਿਹਾ। ਕਿਸੇ ਵੇਲੇ ਭਾਜਪਾ ਦੀਆਂ ਸਿਫਤਾਂ ਹੁੰਦੀਆਂ ਸੀ, ਹੁਣ ਭਾਜਪਾ ਦਾ ਜਿਹੜਾ ਉਹ ਅੱਗੇ ਹੋ ਕੇ ਵਿਰੋਧ ਕਰਦੇ ਨੇ। ਆਮ ਆਦਮੀ ਪਾਰਟੀ ਤੇ ਵੀ ਇਹੀ ਇਲਜ਼ਾਮ ਲੱਗ ਰਹੇ ਨੇ ਲਗਾਤਾਰ। ਦੂਜੀ ਗੱਲ, ਕਿਸਾਨਾਂ ਦੇ ਵਿੱਚ ਜਿਹੜੀ ਹੈ ਕੇਂਦਰ ਦੇ ਮੋਦੀ ਸਾਹਿਬ ਦੇ ਬਿਆਨਾਂ ਤੋਂ ਬਾਅਦ ਜਾਂ ਨੱਡਾ ਸਾਹਿਬ ਦੇ ਬਿਆਨਾਂ ਤੋਂ ਬਾਅਦ ਤਲਖੀ ਹੋਰ ਵੱਧਦੀ ਜਾ ਰਹੀ ਹੈ। ਜਿਵੇਂ ਮੈਂ ਦੱਸਿਆ ਸੀ ਪਹਿਲਾਂ ਕਿ ਰੇਲਾਂ ਰੋਕੀਆਂ ਜਾ ਰਹੀਆਂ, ਭਾਵੇਂ ਕਿ ਮਾਲ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਕਿਸਾਨਾਂ ਨੇ ਰਾਹ ਖੋਲ੍ਹ ਦਿੱਤੇ ਸੀ, ਰੇਲ ਪਟੜੀਆਂ ਤੋਂ ਪਾਸੇ ਹੋ ਗਏ ਸੀ, ਪਰ ਇੱਕਾ ਦੁੱਕਾ ਥਾਵਾਂ ਤੋਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਕਿਸਾਨਾਂ ਨੂੰ ਰੇਲਾਂ ਰੋਕਣੀਆਂ ਪਈਆਂ। ਉਹਨਾਂ ਨੇ ਆਪਣਾ ਗੁੱਸਾ ਜਿਹੜਾ ਉਹ ਜ਼ਾਹਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਕੇਂਦਰ ਜਿਹੜੀ ਹੈ ਉਹ ਆਪਣੇ ਫੈਸਲੇ ਤੇੜੀ ਹੋਈ ਹੈ। ਜਾਂਦੇ ਖਬਰਾਂ ਦੱਸੋ ਕਿ ਰਾਣਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨੇ, ਉਹਨਾਂ ਨੂੰ ਨੋਟਿਸ ਜਾਰੀ ਹੋਇਆ, ਉਹ ਕੀ ਖਬਰ ਹੈ? ਰਾਣਿੰਦਰ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਇਸ ਈਡੀ ਦੀ ਜਿਹੜੀ ਹੈ ਆਪਾਂ ਕਹਿ ਸਕਦੇ ਸ਼ਿਕੰਜੇ ਦੇ ਵਿੱਚ ਆ ਰਹੇ ਹੈ। ਪਹਿਲੀ ਤਾਂ ਗੱਲ ਇਹੀ ਸੋਚ ਕੇ ਦੇਖਿਆ ਜਾ ਰਿਹਾ ਕਿ ਸੰਦਰਭ 'ਚ ਦੇਖਿਆ ਜਾ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਇਹਨੂੰ ਜਿਹੜਾ ਮੋਦੀ ਦੇ ਅਗੇਂਸਟ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਉਹਦੇ ਕਰਕੇ ਹੈ, ਲੇਕਿਨ ਨਹੀਂ, ਇੱਦਾਂ ਦਾ ਕੁਛ ਨਹੀਂ। ਇਹ ਪਹਿਲਾਂ ਵੀ 2016 ਦੀ ਗੱਲ ਆ, ਉਦੋਂ ਇਹਨਾਂ ਨੂੰ ਇੱਕ ਇੱਦਾਂ ਦੀ ਈਡੀ ਦੇ ਇੱਕ ਵੱਲੋਂ ਜਿਹੜਾ ਹੈਗਾ ਸੀ ਉਹ ਨੋਟਿਸ ਆਏ ਸੀਗੇ। ਉਹ ਇਹ ਹੁਣ ਜਿਹੜੇ ਨੋਟਿਸ ਆਏ ਨੇ ਵਿਦੇਸ਼ੀ ਫੰਡਾਂ ਦੇ ਨੇ, ਜਿਹੜੇ ਨਜਾਇਜ਼ ਵਿਦੇਸ਼ੀ ਫੰਡ ਨੇ, ਉਹਨਾਂ ਦੇ ਸੰਬੰਧ ਵਿੱਚ ਆਏ ਨੇ, ਔਰ ਈਡੀ ਲਗਾਤਾਰ ਇਸ ਸੰਦਰਭ ਦੇ ਵਿੱਚ ਕਹਿ ਲਓ ਕਾਰਵਾਈ ਕਰਨ 'ਚ ਜੁਟੀ ਹੋਈ ਆ। ਅਤੇ ਇਹ ਰਾਣਿੰਦਰ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਨੂੰ, ਇਹਨਾਂ ਨੂੰ ਇਸ ਨਾਲ ਨਹੀਂ ਜੋੜ ਕੇ ਦੇਖਿਆ ਜਾ ਸਕਦਾ ਕਿ ਇਹ ਸੈਂਟਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਇੱਦਾਂ ਈਡੀ। ਲੇਕਿਨ ਜਿਹੜੀ ਗੱਲ ਸੱਚ ਆ, ਜਿੱਥੇ ਨਜਾਇਜ਼ ਕੀਤਾ ਜਾਂ ਹੋਇਆ
ਜਾਂ ਕਿਤੇ ਘਪਲੇਬਾਜ਼ੀ ਹੈ, ਚਾਹੇ ਉਹ ਸੀਐਮ ਆ ਚਾਹੇ ਕੋਈ ਮੰਤਰੀ ਆ, ਤੇ ਉਹਨਾਂ ਦੇ ਉੱਤੇ ਕਾਰਵਾਈ ਤਾਂ ਹੋਣੀ ਚਾਹੀਦੀ ਆ। ਸੱਚੀ ਮੁੱਚੀ ਸੱਚ ਸਾਹਮਣੇ ਆਉਣਾ ਚਾਹੀਦਾ। ਤੇ ਪਹਿਲਾਂ ਵੀ ਇੱਕ ਦੋ ਕੇਸ ਤੁਸੀਂ ਦੇਖੇ ਆ, ਜਿਵੇਂ ਇੱਕ ਦੋ ਕੇਸਾਂ ਦੇ ਵਿੱਚ ਇਦਾਂ ਹੋਇਆ ਕਿ ਜੇ ਘਪਲੇਬਾਜ਼ੀ ਹੋਈ ਆ ਜਾਂ ਘੁਟਾਲੇ ਹੋਏ ਨੇ, ਤਾਂ ਉੱਥੇ ਜਿਹੜੀਆਂ ਸਰਕਾਰਾਂ ਨੇ ਉੱਪਰੋਂ ਮਿਲੀ ਭੁਗਤ ਨਾਲ, ਪਹਿਲਾਂ ਬਾਦਲਾਂ ਦੇ ਉੱਤੇ ਵੀ ਆਇਆ ਸੀਗਾ ਕਿ ਬਾਦਲ ਜਿਹੜੇ ਹੈਗੇ ਕੈਪਟਨ ਨਾਲ ਮਿਲੀ ਭੁਗਤ ਹੋ ਕੇ ਬਰੀ ਹੋ ਜਾਂਦੇ ਨੇ। ਜਦੋਂ ਬਾਦਲ ਸਰਕਾਰ ਆਉਂਦੀ ਹੈ ਤਾਂ ਕੈਪਟਨ ਦੀ ਮਿਲੀ ਭੁਗਤ ਹੋ ਜਾਂਦੀ ਹੈ, ਉੱਥੋਂ ਬਰੀ ਹੋ ਜਾਂਦੇ ਨੇ। ਘੁਟਾਲੇ ਤੁਹਾਡੇ ਸਾਹਮਣੇ ਹੀ ਨੇ, ਇੱਕ ਦੋ ਹੋਏ ਨੇ ਜਿਹੜੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਸਮਾਜ ਹੈ ਇਹ, ਲੋਕਾਂ ਦਾ ਪੈਸਾ ਹੈ। ਜੇ ਤੁਸੀਂ ਘੁਟਾਲਾ ਕਰਕੇ ਆਪਣੇ ਘਰ ਭਰਦੇ ਹੋ ਤਾਂ ਤੁਹਾਨੂੰ ਇਸ ਕਰਕੇ ਤਾਂ ਬਿਠਾਇਆ ਨਹੀਂ ਹੁੰਦਾ ਕਿ ਲੋਕਾਂ ਦੀਆਂ ਜੇਬਾਂ ਲੁੱਟੋ ਤੇ ਆਪਣੇ ਫੰਡ ਜਮ੍ਹਾਂ ਕਰ ਲਓ ਘੁਟਾਲੇ ਕਰ ਕਰਕੇ ਵੱਡੇ। ਸੋ ਚਾਹੇ ਕੋਈ ਆ, ਆਪਾਂ ਤਾਂ ਇਹੀ ਗੱਲ ਕਰਦੇ ਆ ਕਿ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਆ ਕਿ ਚਾਹੇ ਮੁੱਖ ਮੰਤਰੀ ਆ, ਚਾਹੇ ਕੇਂਦਰ ਦਾ ਹੈ ਕੋਈ ਬੰਦਾ ਆ, ਪ੍ਰਧਾਨ ਮੰਤਰੀ ਆ, ਚਾਹੇ ਕੋਈ, ਅਗਰ ਘੁਟਾਲੇ ਦੇ ਵਿੱਚ ਨਾ ਆਉਂਦਾ ਤਾਂ ਉਹਦੀ ਪਾਰਦਰਸ਼ਤਾ ਦੇ ਨਾਲ ਜਿਹੜੀ ਇਹ ਜਾਂਚ ਹੋਣੀ ਚਾਹੀਦੀ ਹੈ। ਔਰ ਜੋ ਵੀ ਬੰਦਾ ਦੋਸ਼ੀ ਹੈ ਉਹਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਭੇਜਣਾ ਚਾਹੀਦਾ। ਇੱਕ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਫਿਰ ਤੋਂ ਨੋਟਿਸ ਜਾਰੀ ਕੀਤਾ ਗਿਆ, ਲਗਾਤਾਰ ਉਹਨੂੰ ਪੁੱਛਗਿੱਛ ਲਈ ਸੱਦਿਆ ਜਾ ਰਿਹਾ। ਹਾਂ ਬਿਲਕੁਲ, ਹੁਣ ਉਹਨਾਂ ਨੂੰ ਦੁਬਾਰਾ ਫੇਰ ਮਟੌਰ ਥਾਣੇ ਵਿੱਚ ਸੱਦਿਆ ਗਿਆ। ਹਾਲਾਂਕਿ ਉਹਨੂੰ ਨੋਟਿਸ ਦੇਣ ਵਾਸਤੇ ਉਹਨਾਂ ਦੇ ਘਰ ਪਹੁੰਚੀ ਸੀਗੀ ਟੀਮ, ਪਹੁੰਚੀ ਸੀ ਤਾਂ ਉੱਥੇ ਮਿਲੇ ਨਹੀਂ। ਫਿਰ ਉਹਨਾਂ ਦਾ ਜਿਹੜਾ ਸੈਕਟਰ 20 ਦੇ ਵਿੱਚ ਸਥਿਤ ਘਰ ਹੈ ਉਹਨਾਂ ਦਾ, ਉਹਦੇ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ। 26 ਅਕਤੂਬਰ ਨੂੰ ਉਹਨਾਂ ਨੂੰ ਬੁਲਾਇਆ ਕਿ ਮਟੌਰ ਜਿਹੜੀ ਜਾਂਚ ਟੀਮ ਹੈ ਉਹਦੇ ਸਾਹਮਣੇ ਪੇਸ਼ ਹੋ। ਉਹ ਜਿਹੜਾ ਮੁਲਤਾਨੀ ਕਾਂਡ ਹੈਗਾ, ਇਹ ਬਲਵੰਤ ਸਿੰਘ ਮੁਲਤਾਨੀ ਕੇਸ ਹੈਗਾ ਅਗਵਾ ਔਰ ਹੱਤਿਆ ਦਾ, ਉਹਦੇ ਮਾਮਲੇ ਦੇ ਵਿੱਚ ਦੁਬਾਰਾ ਫੇਰ ਇਹਨਾਂ ਨੂੰ ਨੋਟਿਸ ਕੱਢਿਆ ਗਿਆ। ਹੁਣ ਦੇਖੋ ਕਿੱਧਰ, ਪਹਿਲਾਂ ਤਾਂ ਇਹੀ ਗੱਲ ਆਉਂਦੀ ਹੈ ਨਾ ਕਿ ਜਦੋਂ ਸੈਂਟਰ ਦੇ ਵਿੱਚੋਂ ਪਾਵਰਾਂ ਮਿਲਦੀਆਂ ਹੋਣ ਜਾਂ ਕੁਛ ਹੋਰ ਪਿੱਛੇ ਰਾਜਨੀਤਿਕ ਹੱਥ ਹੋਵੇ, ਸਪੋਰਟ ਹੋਵੇ, ਤਾਂ ਇਹੋ ਜਿਹੇ ਨੋਟਿਸ ਤਾਂ ਬਥੇਰੇ ਆਉਣੇ ਆ, ਆਉਂਦੇ ਵੀ ਰਹਿਣੇ ਆ। ਲੇਕਿਨ ਗੱਲ ਤਾਂ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਕਦੋਂ ਹੋਣੀ ਹੈ ਸੱਚੀ ਮੁੱਚੀ, ਤੇ ਜੇ ਜ਼ਮਾਨਤ ਤੱਕ ਵੀ ਮਿਲ ਜਾਂਦੀ ਹੈ ਜਾਂ ਉਹਨਾਂ ਨੂੰ ਰੋਕ ਮਿਲਦੀ ਹੈ ਗ੍ਰਿਫਤਾਰੀ ਤੋਂ, ਵੱਡੀਆਂ ਗੱਲਾਂ ਨੇ। ਇਹਨਾਂ 'ਤੇ ਕਾਰਵਾਈ ਕਦੋਂ ਹੋਣੀ ਹੈ? ਜੇ ਸੱਚੀ ਮੁੱਚੀ ਉਹ ਦੋਸ਼ੀ ਹੈਗਾ ਤਾਂ ਹੁਣ ਤੱਕ ਕਿਉਂ ਨਹੀਂ ਜੇਲ੍ਹ ਪਿੱਛੇ ਹੋਇਆ ਉਹ? ਸ਼ੁਕਰੀਆ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਅਸੀਂ ਖਬਰਾਂ ਟੌਪ ਦੀਆਂ ਦੇ ਵਿੱਚ ਚਰਚਾ ਕੀਤੀ ਉਹਨਾਂ ਖਬਰਾਂ ਦੇ ਉੱਤੇ ਜੋ ਅੱਜ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਅਹਿਮ ਖਬਰਾਂ ਨੇ। ਤੁਹਾਨੂੰ ਖਬਰਾਂ ਕਿਸ ਤਰ੍ਹਾਂ ਦੇ ਲੱਗੀਆਂ, ਇਸ ਤੇ ਵਿਚਾਰ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ।